ਪ੍ਰਾਈਮ ਏਸ਼ੀਆ टीवी ਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। 2022 ਦੀਆਂ ਚੋਣਾਂ ਵੀ ਆ ਰਹੀਆਂ ਨੇ, ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਵੀ ਨੇ। ਜਿੱਦਾਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਪਾਰਟੀਆਂ ਦਾ ਪਾੜ ਵੀ ਵੱਧ ਰਿਹਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਇਹਦੇ ਉੱਪਰ ਵੀ ਅੱਜ ਚਰਚਾ ਕਰਾਂਗੇ। ਹਨੀਪ੍ਰੀਤ ਰਾਮ ਰਹੀਮ ਦੇ ਕੋਲ ਪਾਸ ਦਿੱਤਾ ਗਿਆ ਸੀ ਜਾਣ ਦੇ ਲਈ, ਪਰ ਹੁਣ ਉਹਦੇ ਵਿੱਚ ਇੱਕ ਨਵਾਂ ਮੋੜ ਹੈ ਤੇ ਪੰਜਾਬ ਦੀ ਗੱਲਬਾਤ ਵੀ ਕਰਾਂਗੇ, ਭਾਵੇਂ ਰਾਜਨੀਤੀ ਨਾਲ ਸੰਬੰਧਿਤ ਹੋਵੇ। ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਸਵਾਗਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਦਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ। ਪੰਨੂ ਸਾਹਿਬ, ਹਨੀਪ੍ਰੀਤ ਨੂੰ ਪਹਿਲਾਂ ਪਾਸ ਦੇ ਦਿੱਤਾ ਗਿਆ ਕਿ ਰਾਮ ਰਹੀਮ ਦੇ ਕੋਲ ਉਹ ਰਹਿ ਸਕਦੀ ਹੈ, ਪਰ ਸਿਕਿਉਰਿਟੀ ਨੇ ਸਿੱਧੇ ਤੌਰ ਤੇ ਮਨਾ ਕਰ ਦਿੱਤਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇੱਕ ਨਵਾਂ ਮੋੜ ਆ ਗਿਆ, ਇਹਦਾ ਕਾਰਨ ਕੀ ਆ? ਨਵਜੀਤ ਜੀ, ਮੇਰੇ ਵਾਸਤੇ ਪਹਿਲੀ ਗੱਲ ਇਸ ਸਮਝ ਤੋਂ ਬਾਹਰੀ ਹੈ ਕਿ ਜਿਹੜੀ PGI ਹੁੰਦੀ, ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਜੀ, ਇਹ ਚੰਡੀਗੜ੍ਹ ਦਾ ਹੋਵੇ ਜਾਂ ਰੋਹਤਕ ਦਾ, ਇਹਦਾ ਪੱਧਰ ਇਹਨਾਂ ਸਾਰੇ ਹਸਪਤਾਲਾਂ ਤੋਂ ਵੱਡਾ ਹੁੰਦਾ ਜੀ। ਆਲ ਇੰਡੀਆ ਮੈਡੀਕਲ ਇੰਸਟੀਚਿਊਟ, ਜਿਹਨੂੰ ਏਮਜ਼ ਅਸੀਂ ਕਹਿੰਦੇ ਹਾਂ, ਉਹਦੇ ਵਰਗਾ ਪੱਧਰ ਹੁੰਦਾ। ਰੋਹਤਕ ਦੇ PGI ਨੂੰ ਛੱਡ ਕੇ ਬਾਬਾ ਡੇਰਾ ਸੱਚੇ ਸੌਦੇ ਵਾਲਾ ਇਹਨੂੰ ਮੈਦਾਂਤਾ ਹਸਪਤਾਲ ਗੁੜਗਾਉਂ ਕਿਉਂ ਲੈ ਕੇ ਗਏ? ਕੀ ਉਹ ਤੋਂ ਵਧੀਆ ਸੀ? ਦੂਜਾ ਇਹ ਕਿ ਉੱਥੇ ਜਾਂਦਿਆਂ ਸਾਰੀ ਇਹ ਜਾਣ ਤੋਂ ਪਹਿਲਾਂ ਹਨੀਪ੍ਰੀਤ ਪਹੁੰਚੀ ਤੇ ਹਨੀਪ੍ਰੀਤ ਜਿਹੜੀ ਆ ਉਹਦਾ ਅਟੈਂਡੈਂਟ ਦਾ ਪਾਸ ਵੀ ਬਣ ਗਿਆ ਕਿ ਜਦੋਂ ਮਰਜ਼ੀ ਬਾਬੇ ਕੋਲ ਜਾ ਸਕਦੀ ਹੈ ਜੀ। ਫਿਰ ਉਹਦੀ ਰਿਪੋਰਟ ਆ ਗਈ ਨੈਗੇਟਿਵ ਹੈ ਤੇ ਉਹਨੂੰ ਹਸਪਤਾਲ 'ਚ ਕਿਉਂ ਰੱਖਿਆ? ਤੇ ਹਸਪਤਾਲ 'ਚ ਰੱਖਿਆ ਤੇ ਅਟੈਂਡੈਂਟ ਹਨੀਪ੍ਰੀਤ ਕਿਉਂ ਆ? ਵਿਰੋਧੀ ਧਿਰ ਨੇ ਇਸ ਗੱਲ ਤੇ ਰੌਲਾ ਪਾਇਆ ਕਿ ਕੀ ਤਮਾਸ਼ਾ ਤੁਸੀਂ ਕਰਦੇ ਪਏ ਹੋ। ਤੇ ਜਿਹੜਾ ਮੰਤਰੀ ਉਹਦਾ ਜਵਾਬ ਇਹ ਆਇਆ, ਕਹਿੰਦਾ ਜਿਹੜਾ ਕੋਈ ਬਿਮਾਰ ਹੋਵੇ ਉਹਦਾ ਕੋਈ ਬਹੁਤ ਨਜ਼ਦੀਕੀ ਜਿਹੜਾ ਹੁੰਦਾ, ਬੜਾ ਕਰੀਬੀ ਕੋਈ ਬੰਦਾ ਹੁੰਦਾ, ਉਹ ਕਰੀਬੀ ਰਿਸ਼ਤੇ ਵਾਲਾ ਉਹਦਾ ਅਟੈਂਡੈਂਟ ਹੋ ਸਕਦਾ। ਇਹ 'ਚ ਗਲਤ ਕੀ ਹੈ ਜੀ? ਅੱਛਾ, ਕਰੀਬੀ ਰਿਸ਼ਤੇਦਾਰ ਤੋਂ ਪਤਨੀ ਨਹੀਂ ਉਹਦੇ ਕੋਲ ਆਈ, ਪੁੱਤ ਨਹੀਂ ਉਹਨੇ ਸੱਦਿਆ, ਧੀ ਨਹੀਂ ਸੱਦੀ, ਹਨੀਪ੍ਰੀਤ ਸੱਦ ਲਈ, ਜਿਹਦਾ ਨਾਂ ਹਨੀਪ੍ਰੀਤ ਨਹੀਂਗਾ, ਉਹਦਾ ਨਾਂ ਪ੍ਰਿਯੰਕਾ ਤਨੇਜਾ। ਉਹ ਵਿਆਹੀ ਵਾਲੀ ਕੁੜੀ ਆ, ਪਰਿਵਾਰ ਨੂੰ ਛੱਡ ਕੇ ਇਹਦੇ ਕੋਲ ਰਹਿੰਦੀ ਆ ਤੇ ਇਹਨੇ ਉਹਦਾ ਨਾਂ ਹਨੀਪ੍ਰੀਤ ਰੱਖਿਆ। ਔਰ ਸਾਰੇ ਪਾਸੇ ਚਰਚਾ ਹੁੰਦੀ ਰਹੀ ਹੈ ਪਾਪਾ ਦੀ ਪਰੀ ਹੈ ਜੀ। ਉਹਦਾ ਕਾਰਡ ਬਣਾਤਾ। ਫਿਰ ਜਦੋਂ ਇਹ ਰੌਲਾ ਪਿਆ ਕਿ ਅੱਗੇ ਕਹਿੰਦੇ ਅਸੀਂ ਹਨੀਪ੍ਰੀਤ ਨੇ ਸਾਰਾ ਵਿਗਾੜ ਪਾਇਆ, ਜੇ ਕੱਲ੍ਹ ਨੂੰ ਹਨੀਪ੍ਰੀਤ ਫਿਰਦੀ ਤੁਰਦੀ ਤੋਂ ਉੱਥੇ ਕਿਸੇ ਕਿਸਮ ਦੀ ਕੋਈ ਗੜਬੜ ਹੋ ਗਈ, ਜ਼ਿੰਮੇਵਾਰ ਮੰਤਰੀ ਹੋਵੇਗਾ, ਹਸਪਤਾਲ ਹੋਵੇਗਾ ਕਿ ਸਿਕਿਉਰਿਟੀ ਵਾਲੇ ਹੋਣਗੇ? ਉਸ ਤੋਂ ਬਾਅਦ ਇੱਕ DSP ਨੇ ਜਾ ਕੇ ਕਹਿ ਦਿੱਤਾ ਜੀ ਮੈਂ ਨਹੀਂ ਅਲਾਉ ਕਰ ਸਕਦਾ, ਮੈਂ ਇਸ ਗੱਲ ਦੀ ਆਗਿਆ ਨਹੀਂ ਦੇ ਸਕਦਾ ਕਿ ਹਨੀਪ੍ਰੀਤ ਇਹਦੇ ਕੋਲ ਜਾਵੇ ਜੀ। ਹੁਣ ਉਹਨੇ ਇਹਦੀ ਦਿਲਬਦੀ ਤਾਂ ਕਰ ਦਿੱਤੀ ਹੈ। ਜੇ ਇਹ ਗੱਲ ਸੱਚੀ ਹੋਵੇ ਕਿ DSP ਨੇ ਰੋਕਿਆ, ਮੈਨੂੰ ਨਹੀਂ ਪਤਾ ਸੱਚੀ ਕਿ ਨਹੀਂ, ਜੋ ਮੀਡੀਆ 'ਚ ਆਈ ਗੱਲ ਉਹ ਇਹ ਹੈ ਕਿ DSP ਨੇ ਰੋਕਿਆ। ਤੇ ਜੇ ਉਹਨੇ ਇਹਨੀ ਦਿਲਬਦੀ ਕਰ ਦਿੱਤੀ ਹੈ ਤੇ ਜਿਹੜਾ ਹਰਿਆਣੇ ਦਾ ਮੰਤਰੀ ਇਸ ਵੇਲੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਪਾਸੇ ਹਟਾ ਕੇ ਤੇ ਮੁੱਖ ਮੰਤਰੀ ਬਣਨ ਵਾਸਤੇ ਸਾਰਾ ਜ਼ੋਰ ਲਾਉਂਦਾ ਪਿਆ, ਉਹ ਇਹਨੂੰ DSP ਨੂੰ ਬਰਦਾਸ਼ਤ ਕਿੱਦਾਂ ਕਰੂਗਾ? ਜੀ। ਮੰਤਰੀ ਉਹੋ ਹੀ ਆ ਜਿਹਨੇ ਸੱਚੇ ਸੌਦੇ ਵਾਲੇ ਬਾਬੇ ਦੇ ਅਦਾਲਤ ਵਿੱਚ ਦੋਸ਼ੀ ਗਰਦਾਨੇ ਜਾਣ ਤੇ ਗ੍ਰਿਫਤਾਰ ਹੋਣ ਤੋਂ ਸਿਰਫ 10 ਦਿਨ ਪਹਿਲਾਂ ਇਹਦੇ ਪੈਰਾਂ 'ਚ 51 ਲੱਖ ਰੁਪਏ ਦਾ ਚੈੱਕ ਰੱਖ ਕੇ ਹਰਿਆਣਾ ਸਰਕਾਰ ਵੱਲੋਂ ਤੇ ਮੱਥਾ ਟੇਕਿਆ ਸੀ ਤੇ ਬਾਬਾ ਜੀ ਨੂੰ ਬਰਥਡੇ ਮੁਬਾਰਕ ਕਿਹਾ ਸੀ, ਹੈਪੀ ਬਰਥਡੇ ਕਿਹਾ ਸੀ, ਜਦ ਕਿ ਬਾਬੇ ਦਾ ਉਹ ਹੈਪੀ ਬਰਥਡੇ ਹੈ ਹੀ ਨਹੀਂ ਸੀ। ਬਾਬੇ ਨੇ ਜਾਣਬੁੱਝ ਕੇ 15 ਅਗਸਤ ਨਾਲ ਜੋੜ ਕੇ ਰੱਖਿਆ ਕਿ ਡਰਾਮਾ ਜਿਹਾ ਚੰਗਾ ਹੋ ਜਾ ਕਰੂਗਾ, ਅਸਲ 'ਚ ਇਹਦਾ ਜਨਮਦਿਨ ਵੀ ਉਹ ਨਹੀਂ। ਜਿਹੜਾ ਮੰਤਰੀ ਇੰਨੇ ਡਰਾਮਿਆਂ 'ਚ ਸ਼ਾਮਲ ਸੀ, ਉਹ ਮੰਤਰੀ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੂਗਾ ਕਿ ਬਾਬੇ ਦੀ ਹੁਕਮਦੁਲੀ ਕੀਤੀ ਗਈ ਆ। ਉਹ ਤਾਂ ਫਿਰ ਲੋਕੀ ਕਹਿਣਗੇ ਕਿ ਉਹ ਮੰਤਰੀ ਚਾਹੂਗਾ ਕਿ ਹਨੀਪ੍ਰੀਤ ਜਾਵੇ ਜੀ। ਇਹ ਸਭ ਜੋ ਤਮਾਸ਼ਾ ਹੁੰਦਾ ਪਿਆ, ਇਹਦਾ ਕਿਤੇ ਨਾ ਕਿਤੇ ਅੰਤ ਹੋਣਾ ਚਾਹੀਦਾ। ਲੋਕੀ ਹੱਸਦੇ ਆ, ਔਰ ਜਦੋਂ ਹੱਸਦੇ ਆ ਉਹ ਸਾਧ ਤੇ ਨਹੀਂ ਹੱਸਦੇ ਜਿਹਦੇ ਬਾਰੇ ਤੇ ਲੋਕਾਂ ਨੂੰ ਪਤਾ ਰੱਸੀ ਸੜ ਗਈ, ਅਜੇ ਵੱਟ ਨਹੀਂ ਗਿਆ ਜੀ, ਆਦਤਾਂ ਨਹੀਂ ਸੁਧਰੀਆਂ। ਲੋਕੀ ਹਨੀਪ੍ਰੀਤ ਤੇ ਨਹੀਂ ਹੱਸਦੇ ਕਿ ਜਿਹੜੀ ਇਸ ਹੱਦ ਤੱਕ ਤੁਰੀ ਜਾਂਦੀ ਆ। ਲੋਕਾਂ ਨੇ ਉਹਨੂੰ ਇਹਦੇ ਨਾਲ ਜਾਂਦੀ ਵੀ ਵੇਖਿਆ, ਲੋਕਾਂ ਨੇ ਅਦਾਲਤ ਵਿੱਚੋਂ ਲਾਲ ਰੰਗ ਦਾ ਬੈਗ ਵਿਖਾ ਕੇ ਇਸ਼ਾਰਾ ਕਰਦੀ ਵੀ ਵੇਖਿਆ ਕਿ ਬਾਬੇ ਨੂੰ ਫੜ ਲਿਆ ਤੇ ਭੀੜ ਪੈ ਜਾਓ ਜੀ। ਲੋਕਾਂ ਨੇ ਇਹਨੂੰ ਬਿਨਾਂ ਕਿਸੇ ਅਥਾਰਟੀ ਤੋਂ ਬਾਬੇ ਦੇ ਨਾਲ ਸਰਕਾਰੀ ਹੈਲੀਕਾਪਟਰ ਤੇ ਮਿਲਟਰੀ ਅੱਡੇ ਤੋਂ ਚੜ੍ਹਦਿਆਂ ਵੀ ਵੇਖਿਆ। ਲੋਕਾਂ ਨੇ ਇਹਨੂੰ ਬਾਬੇ ਦੇ ਨਾਲ ਹੈਲੀਕਾਪਟਰ 'ਚ ਬੈਠੀ ਨੂੰ ਚਾਕਲੇਟ ਖਾਂਦੀ ਨੂੰ ਵੀ ਵੇਖਿਆ। ਲੋਕਾਂ ਨੇ ਉਹ ਦਿਨ ਵੀ ਵੇਖੇ ਜਦੋਂ ਇਹ 37-38 ਦਿਨ ਲੁਕੀ ਰਹੀ ਸੀ ਤੇ ਰੋਜ਼ ਸਿਮ ਬਦਲਦੀ ਸੀ ਤੇ ਪੁਰਾਣੇ ਸਿਮ ਲੱਭੇ ਨਹੀਂ
ਕਿਉਂਕਿ ਕਹਿੰਦੇ ਆ ਕਿ ਲੈ ਕੇ ਇੱਕ ਵਾਰੀ ਵਰਤ ਕੇ ਨਹਿਰ 'ਚ ਸੁੱਟ ਦਿੰਦੀ ਹੁੰਦੀ ਸੀ। ਤੇ ਲੋਕਾਂ ਨੇ ਇਹਨੂੰ ਇੰਟਰਵਿਊ ਦਿੰਦਿਆਂ ਗਲੇਡੂ ਸੁੱਟ ਰੋਂਦੀ ਨੂੰ ਵੀ ਵੇਖਿਆ ਕਿ ਮੈਨੂੰ ਤਾਂ ਐਵੇਂ ਬਿਨਾਂ ਵਜ੍ਹਾ ਬਦਨਾਮ ਕੀਤਾ ਗਿਆ, ਮੇਰਾ ਕਸੂਰ ਕੋਈ ਨਹੀਂ ਜੀ। ਲੋਕਾਂ ਨੇ ਇਹਦੇ ਜੇਲ੍ਹ 'ਚ ਗਈ ਤੋਂ ਇਹ ਵੀ ਸੁਣਿਆ ਕਿ ਕਹਿੰਦੀ ਸੀ ਕਿ ਮੈਨੂੰ ਉਹਦੇ ਨਾਲ ਬਾਬੇ ਵਾਲੇ ਉਸੇ ਜੇਲ੍ਹ 'ਚ ਰੱਖੋ। ਇਹ ਸਭ ਕੁਝ ਵੇਖਿਆ। ਹੁਣ ਲੋਕਾਂ ਜੋ ਕੁਝ ਵੇਖਿਆ ਉਸ ਤੋਂ ਬਾਅਦ ਲੋਕ ਹੱਸਦੇ ਆ, ਤੇ ਉਹ ਬਾਬੇ ਤੇ ਨਹੀਂ ਹੱਸਦੇ, ਹਨੀਪ੍ਰੀਤ ਤੇ ਨਹੀਂ ਹੱਸਦੇ, ਹਰਿਆਣੇ ਦੀ ਸਰਕਾਰ ਤੇ ਹੱਸਦੇ ਆ, ਕਿਉਂਕਿ ਮਾੜੀ ਮੋਟੀ ਸ਼ਰਮ ਹੈਗੀ ਆ ਕਿ ਨਹੀਂ ਹੈਗੀ। ਅਸਲੋਂ ਇੰਨੀ ਬੇਸ਼ਰਮੀ ਤੱਕ ਕਿਉਂ ਚਲੇ ਗਏ? ਜੀ ਪਰ ਸਾਹਿਬ, ਅਗਲੀ ਖਬਰ ਕਰਨ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਕਿ ਕੁਝ ਲੋਕਾਂ ਦੀ ਜਾਨ ਇੰਨੀ ਕੁ ਕੀਮਤੀ ਲੱਗਦੀ ਨਹੀਂ, ਪ੍ਰਸ਼ਾਸਨ ਹੋਵੇ ਚਾਹੇ ਸਰਕਾਰ ਹੋਵੇ। ਆਗਰਾ ਦੇ ਇੱਕ ਹਸਪਤਾਲ ਵਿੱਚ 5 ਮਿੰਟ ਵਿੱਚ 21 ਲੋਕਾਂ ਦੀ ਮੌਤ ਹੋ ਜਾਂਦੀ ਹੈ। ਬਾਅਦ ਦੇ ਵਿੱਚ ਕੁਝ ਦਿਨ ਬਾਅਦ ਐਲਾਨ ਕਰ ਦੇਣਗੇ ਕੁਝ ਕੁ ਮੁਆਵਜ਼ੇ ਦਾ। ਇਹ ਕੀ ਕਹਾਣੀ ਹੈ ਪੂਰੀ ਕਿ 5 ਮਿੰਟ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ? ਆਗਰਾ ਪੈਂਦਾ ਕਿੱਥੇ ਆ? ਹਿੰਦੁਸਤਾਨ ਦੇ ਸਭ ਤੋਂ ਵੱਡੇ ਪਾਗਲਖਾਨੇ ਵਾਲਾ ਸ਼ਹਿਰ ਆਗਰਾ ਉੱਤਰ ਪ੍ਰਦੇਸ਼ 'ਚ, ਜਿੱਥੇ ਭਾਜਪਾ ਦਾ ਰਾਜ ਆ ਤੇ ਸੰਤ ਪੁਰਸ਼ ਯੋਗੀ ਆਦਿੱਤਿਆਨਾਥ ਉੱਥੇ ਰਾਜ ਕਰਦੇ ਜੀ। ਇਹ ਭਾਜਪਾ ਹੈ ਕਿੱਦਾਂ ਦੀ, ਇਹ ਲੋਕਾਂ ਨੂੰ ਪਤਾ ਨਹੀਂ। ਕੋਈ ਚੱਜ ਦਾ ਕੰਮ ਇਹਨਾਂ ਕੀਤਾ। ਇੱਕ ਵਾਰੀ ਹਰਿਆਣੇ 'ਚ ਆਖਿਆ ਜੀ ਇੰਨੇ ਲੋਕ ਮਰ ਗਏ, ਤੇ ਇੱਕ ਮੰਤਰੀ ਨੇ ਆਖਿਆ ਕੋਈ ਗੱਲ ਨਹੀਂ, ਉੱਦਾਂ ਵੀ ਤਾਂ ਬਜ਼ੁਰਗਾਂ ਨੇ ਮਾਰੀ ਜਾਣਾ ਸੀ। ਹੁਣ ਜਿੱਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਨੇ, ਹਰਿਆਣੇ ਦੇ ਵਿੱਚ ਭਾਜਪਾ ਉੱਥੋਂ ਆਉਂਦੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਤੁਸੀਂ ਦੱਸਤਾ ਕਿ ਆਗਰੇ 'ਚ ਕੀ ਕੁਛ ਹੋਇਆ ਜੀ। ਅਸੀਂ ਇਹ ਸੁਣਿਆ ਸੀ ਕਿ ਸਿਕਿਉਰਿਟੀ ਵਾਲੇ 에ਅਰਪੋਰਟ ਤੇ ਮੌਕ ਡਰਿਲ ਕਰਦੇ ਆ ਕਿ ਅੱਤਵਾਦੀਆਂ ਨੇ ਹਵਾਈ ਜਹਾਜ਼ ਹਾਈਜੈਕ ਕਰ ਲਿਆ ਤੇ ਉਹਨਾਂ ਤੋਂ ਕਿੱਦਾਂ ਛਡਾਉਣਾ। ਜੀ। ਅਸੀਂ ਸਰਕਾਰੀ ਬਿਲਡਿੰਗਾਂ 'ਚ ਮੌਕ ਡਰਿਲ ਹੁੰਦੀ ਵੇਖੀ ਸੀ ਕਿ ਅੱਗ ਲੱਗ ਗਈ ਆ ਤੇ ਲੋਕਾਂ ਨੇ ਬਚਾਅ ਆਪਣਾ ਕਿੱਦਾਂ ਕਰਨਾ ਉਹਨਾਂ ਨੂੰ ਸਿਖਾਇਆ ਜਾਵੇ ਤੇ ਨਾਲ ਟੈਸਟ ਕੀਤਾ ਜਾਵੇ। ਸਿਲੰਡਰ ਗੈਸ ਵਾਲੇ ਸਾਰਾ ਕੁਝ ਚੱਲਦਾ, ਪੌੜੀਆਂ ਠੀਕ ਨੇ, ਫਾਇਰ ਫਾਈਟਿੰਗ ਦੇ ਪ੍ਰਬੰਧ ਪੂਰੇ। ਇਹ ਪਹਿਲੀ ਵਾਰ ਸੁਣਿਆ ਕਿ ਆਗਰੇ ਦੇ ਹਸਪਤਾਲ 'ਚ ਜਿੱਥੇ ਕੋਵਿਡ ਦੇ ਮਰੀਜ਼ ਨੇ ਉੱਥੇ ਮੌਕ ਡਰਿਲ ਕੀਤੀ ਗਈ ਆ ਕਿ ਜਿਹੜੇ ਮਰਨਾਊ ਪਏ ਆ ਉਹਨਾਂ ਦੇ ਮੂੰਹ ਨੂੰ ਜਿਹੜੇ ਆਕਸੀਜਨ ਦੇ ਮਾਸਕ ਲੱਗੇ ਆ ਲਾ ਕੇ ਵੇਖੋ ਭਲਾ ਮਰਦੇ ਕਿ ਨਹੀਂ ਮਰਦੇ। ਇਹ ਤਮਾਸ਼ਾ ਕੀਤਾ ਗਿਆ ਉਸ ਮੌਕ ਡਰਿਲ ਦੇ ਵਿੱਚ ਕਿ ਨਕਲੀ ਤੌਰ ਤੇ, ਕਿਉਂਕਿ ਬੜੇ ਹਸਪਤਾਲਾਂ ਦੇ ਵਿੱਚ ਆਕਸੀਜਨ ਦੇ ਸਿਲੰਡਰ ਨਹੀਂ ਮਿਲਦੇ ਤੇ ਇਸ ਹਸਪਤਾਲ 'ਚ ਵੀ ਸਿਲੰਡਰਾਂ ਦੀ ਘਾਟ ਸੀ। ਇਹ ਸੋਚ ਕੇ ਕਿ ਭਲਕ ਨੂੰ ਹਸਪਤਾਲ ਦੇ ਵਿੱਚ ਜੇ ਸਿਲੰਡਰਾਂ ਦੀ ਸਪਲਾਈ ਹੋਰ ਨਾ ਆਈ ਤੇ ਇਹਨਾਂ 'ਚ ਕਿੰਨੇ ਕੁ ਮਰੀਜ਼ ਆ ਜਿਨ੍ਹਾਂ ਦਾ ਆਕਸੀਜਨ ਤੋਂ ਬਗੈਰ ਸਰ ਨਹੀਂ ਸਕਦਾ। ਇਹ ਚੈੱਕ ਕਰਨ ਵਾਸਤੇ ਆਖਿਆ ਆ ਜਿਹੜੇ 19-20 ਬੰਦੇ ਆ ਜਿਨ੍ਹਾਂ ਨੂੰ ਆਕਸੀਜਨ ਦੇ ਮਾਸਕ ਲੱਗੇ ਪਏ ਆ, ਅਚਾਨਕ ਇਹਨਾਂ ਦੀ ਸਪਲਾਈ ਬੰਦ ਕਰ ਦਿਓ ਜੀ। ਵੇਖੋ ਭਲਾ ਇਹਨਾਂ ਤੇ ਕੀ ਅਸਰ ਪੈਂਦਾ। ਉਹ ਜੋ ਸਪਲਾਈ ਕੀਤੀ ਤੇ 2-3 ਮਿੰਟਾਂ 'ਚ ਹੀ ਉਹਨਾਂ ਦਾ ਤਾਂ ਰੰਗ ਨੀਲਾ ਹੋਣਾ ਸ਼ੁਰੂ ਹੋ ਗਿਆ, ਹੱਥ ਪੈਰ ਕੁੰਗੜਨੇ ਸ਼ੁਰੂ ਹੋ ਗਏ। ਮੌਕ ਡਰਿਲ ਕਰਦਿਆਂ ਜਦੋਂ ਵੇਖਿਆ ਕਿ ਇਹਦੇ ਸਾਰੇ ਮਰ ਚੱਲੇ ਆ, ਫਿਰ ਆਕਸੀਜਨ ਦੁਬਾਰਾ ਚਾਲੂ ਕੀਤੀ ਗਈ, ਪਰ ਉਹਨੇ ਚਿਰ ਤੱਕ 4 ਜਣੇ ਮਰ ਗਏ ਸੀ ਜੀ। ਫਿਰ ਆਕਸੀਜਨ ਲਾ ਕੇ ਕਾਹਨੂੰ ਵੇਖਣੇ ਸੀ, ਉਦਾਂ ਹੀ ਮਾਰ ਕੇ ਵੇਖ ਲੈਂਦੇ। ਇੰਨੇ ਦਿਨ ਦੀ ਗੱਲ, ਇਹ ਅਪ੍ਰੈਲ ਦੇ ਅਖੀਰਲੇ ਹਫਤੇ ਦੀ ਗੱਲ ਆ। ਸਾਰੀ ਮਈ ਲੰਘ ਗਈ ਆ, ਅੱਜ ਜੂਨ ਵਿੱਚ ਆ ਕੇ ਗੱਲ ਖੁੱਲੀ ਆ। ਇੰਨਾ ਚਿਰ ਤੱਕ ਇਹ ਗੱਲ ਢੱਕੀ ਰਹਿ ਗਈ। ਉਦੋਂ ਬਾਅਦ 2-3 ਡਾਕਟਰ ਆਪੋ ਵਿੱਚ ਗੱਲਾਂ ਕਰਦੇ ਸੀ ਕਿ ਅਸੀਂ ਇਸ ਤਰ੍ਹਾਂ ਮੌਕ ਡਰਿਲ ਕੀਤੀ ਸੀ, ਇਸ ਤਰ੍ਹਾਂ ਮਰੀਜ਼ ਮਰ ਗਏ ਜੀ। ਉਹਨਾਂ ਦੀਆਂ ਗੱਲਾਂ ਰਿਕਾਰਡ ਹੋ ਗਈਆਂ, ਡਾਕਟਰਾਂ ਦੀਆਂ ਰਿਕਾਰਡ ਹੋਈਆਂ ਗੱਲਾਂ ਵਾਇਰਲ ਹੋ ਗਈਆਂ। ਹੁਣ ਪਤਾ ਲੱਗਾ ਕਿ ਇਹਨਾਂ ਨੇ ਮੌਕ ਡਰਿਲ ਕਰਦਿਆਂ ਨੇ 4 ਮਰੀਜ਼ ਮਾਰ ਦਿੱਤੇ। ਪਤਾ ਨਹੀਂ ਬਾਕੀ ਜਿਹੜੇ ਆ ਉਹ ਕਿੱਦਾਂ ਬਚ ਗਏ। ਦੱਸਿਆ ਇਹ ਜਾਂਦਾ ਕਿ ਜਦੋਂ ਆਕਸੀਜਨ ਉਹਨਾਂ ਦੀ ਲਾਹਤੀ, ਉਹ ਸਾਰੇ ਦੇ ਸਾਰੇ ਹੀ ਨੀਲੇ ਪੈਣੇ ਸ਼ੁਰੂ ਹੋ ਗਏ। ਹੁਣ ਇਹ ਗੱਲ ਸਿਰਫ ਇੱਥੋਂ ਦੀ ਨਹੀਂ ਕਿ ਇੱਥੇ ਮੌਕ ਡਰਿਲ ਕਰਦਿਆਂ 4 ਮਰੀਜ਼ ਮਾਰਤੇ ਆ ਤੇ ਬਾਕੀ ਮਰਦੇ ਬਚੇ ਆ ਜੀ। ਤੇ ਇਦੋਂ ਵੀ ਭੈੜੀ ਗੱਲ ਇਹ ਆ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਇਸ ਪਾਪ ਨੂੰ ਹੁਣ ਤੱਕ ਲੁਕਾਇਆ। 1.5 ਮਹੀਨੇ ਤੋਂ ਬਾਅਦ ਲੁਕਾ ਕੇ ਰੱਖਿਆ, ਪਰਦਾ ਪਾ ਕੇ ਰੱਖਿਆ ਕਿ ਪਬਲਿਕ ਨੂੰ ਪਤਾ ਨਾ ਲੱਗੇ। ਇਦੋਂ ਵੀ ਅਗਲੀ ਗੱਲ ਇਹ ਆ, ਮੇਰੇ ਸਾਹਮਣੇ ਅਖਬਾਰ ਪਿਆ, ਹਿੰਦੁਸਤਾਨ ਦੇ ਜਿਹੜੇ 3 ਸਭ ਤੋਂ ਵੱਡੇ ਅਖਬਾਰ ਨੇ ਜੀ ਹਿੰਦੀ ਦੇ, ਉਹਨਾਂ ਤਿੰਨਾਂ 'ਚੋਂ ਇੱਕ ਅਖਬਾਰ ਆ ਵਾ ਭਾਸਕਰ। ਇਹਨਾਂ ਨੇ ਰਿਪੋਰਟ ਛਾਪੀ ਹੈ ਕਿ ਗੁਜਰਾਤ ਰਾਜ, ਗ੍ਰੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਰਾਜ ਜੀ, ਜਿਹਨੂੰ ਸਾਰੇ ਦੇਸ਼ ਦੇ ਵਿੱਚ ਹਿੰਦੂਤਵ ਦਾ ਲੈਬੋਰਟਰੀ ਬਣਾ ਕੇ ਪੇਸ਼ ਕੀਤਾ ਗਿਆ, ਉੱਥੋਂ ਬਾਰੇ ਇਹਨਾਂ ਨੇ ਆਖਿਆ ਕਿ ਗੁਜਰਾਤ ਦੀ ਭਾਜਪਾ ਸਰਕਾਰ ਦਾ ਦਾਅਵਾ ਹੈ ਕਿ 1 ਮਹੀਨੇ ਦੇ ਵਿੱਚ ਗੁਜਰਾਤ ਵਿੱਚ ਕਰੋਨਾ ਨਾਲ 3578 ਮੌਤਾਂ ਹੋਈਆਂ, ਪੌਣੇ 3600 ਵੱਲੋਂ ਜੀ। ਉਹ ਕਹਿੰਦੇ 3416 ਮੌਤਾਂ ਅਹਿਮਦਾਬਾਦ ਦੇ ਇੱਕ ਹਸਪਤਾਲ 'ਚ ਹੋ ਗਈਆਂ ਨੇ। ਜੇ 3416 ਮੌਤਾਂ ਇੱਕ ਹਸਪਤਾਲ 'ਚ ਹੋ ਗਈਆਂ ਨੇ
ਤੇ ਇਹਦਾ ਮਤਲਬ ਕਿ ਬਾਕੀ ਸਾਰੇ ਗੁਜਰਾਤ ਵਿੱਚ ਕੁੱਲ ਬਣਾ ਕੇ 162 ਹੋਈਆਂ ਇੱਕ ਮਹੀਨੇ 'ਚ। ਜੀ ਇਹਨੂੰ ਸੱਚ ਕੌਣ ਮੰਨ ਲੇਗਾ? ਇਹਦੇ ਨਾਲ ਫਿਰ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਵੀ ਕਿੱਥੇ ਕਿੱਥੇ ਕੀ ਹੋਇਆ ਤੇ ਕਿੰਨੀਆਂ ਕਿੰਨੀਆਂ ਸਨ। ਜਿੱਥੇ ਥੋੜ੍ਹੀਆਂ ਜਿਹੀਆਂ 300-400 ਲਿਖੀਆਂ ਉੱਥੇ ਵੀ 1200-1400 ਨਿਕਲ ਆਈਆਂ ਨੇ। ਇਸ ਅਖਬਾਰ ਨੇ ਅੱਗੇ ਆਪਣੇ ਰਿਪੋਰਟਰ ਲਾ ਕੇ ਅੰਕੜੇ ਪੇਸ਼ ਕੀਤੇ ਸਨ ਕਿ ਹਸਪਤਾਲ ਦੇ ਵਿੱਚੋਂ ਜੇ ਆਖਿਆ ਗਿਆ ਅੱਜ 25 ਮੌਤਾਂ ਹੋਈਆਂ ਤੇ ਪੱਤਰਕਾਰ ਨੇ ਬਾਹਰ ਖਲੋ ਕੇ ਵੇਖਿਆ ਕਿ PPE ਕਿੱਟ ਪਾ ਕੇ ਜਿਹੜੀ ਕਰੋਨਾ ਵਾਇਰਸ ਵਾਲਿਆਂ ਨੂੰ ਪਾਈ ਜਾਂਦੀ ਹੈ ਜੀ ਕਿੰਨੀਆਂ ਲਾਸ਼ਾਂ ਨਿਕਲੀਆਂ ਤੇ ਉਹਨਾਂ ਦਾ ਬਾਕੀਆਂ ਤੋਂ ਵੱਖਰਾ ਸੰਸਕਾਰ ਕੀਤਾ ਗਿਆ। ਹਸਪਤਾਲ ਵਾਲੇ 25 ਦੱਸਦੇ ਸੀ, ਬਾਹਰ 65 ਜਾਂ 85 ਨਿਕਲਦੀਆਂ ਸੀ। ਸ਼ਮਸ਼ਾਨ ਘਾਟ ਵਿੱਚ ਜਾ ਕੇ ਵੇਖੋ ਤੇ ਸਰਕਾਰ ਕਹਿੰਦੀ ਸੀ ਅੱਜ 70 ਜਾਂ 80 ਮੌਤਾਂ ਸ਼ਹਿਰ 'ਚ ਹੋਈਆਂ ਨੇ ਤੇ ਉਹ ਜਾ ਕੇ ਸ਼ਮਸ਼ਾਨ ਘਾਟ 'ਚ ਵੇਖਦੇ ਸੀ ਤੇ ਉੱਥੇ 150-200 ਹੋਈਆਂ ਹੁੰਦੀਆਂ ਸੀ। ਇਸ ਅਖਬਾਰ ਨੇ ਕੱਲੇ ਸ਼ਮਸ਼ਾਨ ਘਾਟ 'ਚ ਵੀ ਅੰਕੜੇ ਕੀਤੇ ਸੀ। ਇਹ ਅਖਬਾਰ ਅੱਜ ਕੱਲ੍ਹ ਜੇ ਹੁਣ ਇਹ ਕੱਲਾ ਨਹੀਂ ਬਾਕੀ ਦੇ ਅਖਬਾਰ ਵੀ ਅੰਕੜੇ ਦੇ ਰਿਹਾ ਜੀ। ਜੇ BBC ਤੱਕ BBC ਲੰਡਨ ਸਾਰੀ ਦੁਨੀਆ ਚੱਲਣ ਵਾਲਾ ਜਿਹੜਾ ਚੈਨਲ ਆ ਉਹ ਅੰਕੜੇ ਦੇ ਰਿਹਾ। ਇਸ ਰਾਜ ਸਰਕਾਰ ਨੂੰ, ਹਰਿਆਣੇ ਦੀ ਸਰਕਾਰ ਨੂੰ, ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਤੇ ਸਰਕਾਰਾਂ ਦੀ ਸਰਕਾਰ, ਦੇਸ਼ ਦੀ ਸਰਕਾਰ, ਨਰਿੰਦਰ ਮੋਦੀ ਸਰਕਾਰ ਨੂੰ ਕੁਝ ਨਾ ਕੁਝ ਥੋੜਾ ਬਹੁਤ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਕਿ ਥੋੜੇ ਚਿਰ ਵਾਸਤੇ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ ਜੀ, ਬਹੁਤੇ ਸਮੇਂ ਲਈ ਨਹੀਂ ਬਣਾ ਸਕਦੇ। ਆਖਿਰ ਕਦੇ ਨਾ ਕਦੇ ਸੱਚ ਜਿਹੜਾ ਉਹ 100 ਪਰਦੇ ਪਾੜ ਕੇ ਬਾਹਰ ਆਉਂਦਾ। ਸਾਰੀ ਦੁਨੀਆ ਤੁਹਾਡੇ ਅੰਕੜਿਆਂ ਤੇ ਹੱਸਦੀ ਪਈ ਆ। ਭਾਰਤ ਵਿੱਚੋਂ ਪ੍ਰਾਈਵੇਟ ਤੌਰ ਤੇ ਹੋਰ ਅੰਕੜੇ ਆਉਂਦੇ ਆ। ਭਾਰਤ ਵਿੱਚੋਂ ਛੱਡੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਚੋਣ ਹਲਕੇ ਬਨਾਰਸ ਤੋਂ ਅਸਲੀ ਮੌਤਾਂ ਹੋਰ ਹੋ ਗਈਆਂ ਨੇ, ਉਹਦੇ ਅੰਕੜੇ ਬਾਹਰ ਆ ਰਹੇ ਆ ਜੀ ਤੇ ਸਰਕਾਰੀ ਤੌਰ ਤੇ ਉਹਦਾ ਚੌਥਾ ਹਿੱਸਾ ਵੀ ਨਹੀਂ ਦੱਸਿਆ ਜਾ ਰਿਹਾ। ਇਹ ਸੱਚ ਕਿੰਨਾ ਚਿਰ ਲਗਾਉਣਗੇ? ਆਖਿਰ ਕਦੇ ਨਾ ਕਦੇ ਤੇ ਬਾਹਰ ਆਉਣਾ। ਜੀ ਪਰ ਸਾਹਿਬ ਇੱਕ ਗੱਲ ਹੋਰ ਹੈ ਇੱਥੇ ਕਿ ਡੈਥ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਸੀ 1,23,000, ਉਹ ਵੀ ਤਾਂ ਫਿਰ ਗੱਲ ਨਾਲ ਹੀ ਜੁੜਦੀ। 162 ਮੌਤਾਂ ਕਿੱਥੇ ਆ ਤੇ 1,23,000 ਦਾ ਅੰਕੜਾ ਕਿੱਥੇ ਆ? ਜੋ ਕੁਝ ਵੀ ਹੈ ਨਾ ਅੰਕੜੇ ਸ਼ੰਕੜੇ, ਇਹਨਾਂ ਨੇ ਅੰਕੜਿਆਂ ਦੀ ਜਾਦੂਗਰੀ ਇਹੋ ਜਿਹੀ ਕੀਤੀ ਹੈ ਕਿ ਅੱਜ ਦੀ ਤਰੀਕ 'ਚ ਨਰਿੰਦਰ ਮੋਦੀ ਸਰਕਾਰ ਕੋਈ ਵੀ ਅੰਕੜੇ ਪੇਸ਼ ਕਰੇ ਜੀ, ਇਹਦੇ ਅੰਕੜਿਆਂ ਦੇ ਉੱਤੇ ਦੇਸ਼ ਦੇ ਲੋਕਾਂ ਨੂੰ ਕੋਈ ਭਰੋਸਾ ਨਹੀਂ ਰਹਿ ਗਿਆ। ਇਹਨਾਂ ਝੂਠ ਬੋਲਦੀ ਹੈ ਸਰਕਾਰ। ਸਾਰਾ ਜ਼ੋਰ ਇਸ ਗੱਲ ਤੇ ਲੱਗਾ ਕਿ ਪ੍ਰਧਾਨ ਮੰਤਰੀ ਦਾ ਅਕਸ ਚਮਕਾਉਣਾ, ਜਿਹੜਾ ਅਕਸ ਆਪਣੀ ਪਾਰਟੀ ਤੇ RSS ਦੇ ਅੰਦਰ ਨਹੀਂ ਰਹਿ ਗਿਆ, ਉਹਨੂੰ ਬਾਹਰ ਚਮਕਾਉਂਦੇ ਫਿਰਦੇ। RSS ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਇੱਕ ਖਬਰ ਵੀ ਸੀਗੀ RSS ਤੇ ਭਾਜਪਾ ਦਾ ਹੁਣ ਪਾੜ ਵਧਣ ਲੱਗ ਪਿਆ। ਭਾਵੇਂ ਪੰਜਾਬ ਦੀ ਗੱਲ ਹੋਵੇ ਚਾਹੇ UP ਦੀ ਚਰਚਾ ਹੋਵੇ, ਹੋਰਾਂ ਸੂਬਿਆਂ ਤੋਂ ਵੀ ਖਬਰਾਂ ਉੱਠਣੀਆਂ ਸ਼ੁਰੂ ਹੋ ਗਈਆਂ। ਇਹਨਾਂ ਦੇ ਵਿੱਚ ਪਾੜ ਜਿਹੜਾ ਲਗਾਤਾਰ ਵੱਧਦਾ ਪਿਆ। ਇਹ ਗੱਲ ਹੋ ਰਿਹਾ ਪੰਨੂ ਸਾਹਿਬ, ਹੁਣ ਮਮਤਾ ਬੈਨਰਜੀ ਵੀ ਸਰਗਰਮ ਹੋ ਰਹੀ ਹੈ ਦੁਬਾਰਾ ਫਿਰ। ਦੇਖੋ, ਮਮਤਾ ਬੈਨਰਜੀ ਦੀ ਸਰਗਰਮੀ ਤਾਂ ਹੋ ਰਿਹਾ ਜੀ। ਇਹਨਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਅਖੀਰਲੇ ਦਿਨਾਂ 'ਚ ਬੜਾ ਪ੍ਰਚਾਰ ਕੀਤਾ। ਦੋ ਜਣਿਆਂ ਨੇ, ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ। ਇਹ ਤਾਂ ਹਾਰ ਚੁੱਕੀ ਆ, ਸਿਰਫ ਫੈਸਲਾ ਹੋਣਾ ਬਾਕੀ ਹੈ। ਤਾਂ ਘਬਰਾਈ ਐਵੇਂ ਆਪਣੇ ਖਲ ਬਚਾਉਣ ਵਾਸਤੇ ਕਿ ਮੈਂ ਕੱਲ ਨੂੰ ਮੇਰੇ ਤੇ ਕੇਸ ਨਾ ਬਣਨ, ਇਸ ਕਰਕੇ ਰੌਲਾ ਪਾਉਂਦੀ ਫਿਰਦੀ। ਇਹ ਤਾਂ ਜਿੱਤ ਹੀ ਨਹੀਂ ਸਕਦੀ, ਇਹਦੀ ਪਾਰਟੀ ਹਾਰ ਗਈ ਬਸ। ਇਹ ਤਾਂ ਹਾਰੀ ਪਈ ਪਾਰਟੀ ਦੀ ਲੀਡਰ ਆ ਤੁਸੀਂ ਵੇਖੋ ਜੀ, ਨਤੀਜੇ ਆਉਣੇ ਆ, ਇਹਨੂੰ ਕਿਸੇ ਨੇ ਪੁੱਛਣਾ ਨਹੀਂ, ਇੱਥੇ ਸਰਕਾਰ ਬਦਲ ਜਾਣੀ ਹੈ। ਨਤੀਜਾ ਕੀ ਨਿਕਲਿਆ? ਇਹਨਾਂ ਦੇ ਪੱਲੇ ਕੱਖ ਨਹੀਂ ਪਿਆ, ਇਹ ਜਿੱਤ ਨਹੀਂ ਸਕੇ। ਉਹਦੇ ਤੋਂ ਬਾਅਦ ਹੋਇਆ ਇਹ ਕਿ ਜਿਹੜਾ ਇਹਨਾਂ ਦਾ ਧੂਆਂਧਾਰ ਪ੍ਰਚਾਰ ਸੀ, ਰੌਲਾ ਸੀ, ਰੌਲੇ ਦੇ ਅਸਰ ਥੱਲੇ ਜਿਹੜੇ 70-80 ਲੋਕ ਸਾਬਕਾ MP, ਸਾਬਕਾ MLA ਇੱਕ ਇੱਕ ਕਰਕੇ ਭਾਜਪਾ ਚਲੇ ਗਏ ਸਨ ਜੀ। ਉਹ ਹੁਣ ਇੱਕ ਇੱਕ ਕਰਕੇ ਉਲਟੇ ਬਾਂਸ ਬਰੇਲੀ ਨੂੰ ਤੁਰ ਪਿਆ। ਵਾਰੀ-ਵਾਰੀ ਤੁਰੇ ਜਾਂਦੇ ਆ। ਪਤਾ ਲੱਗਾ ਸ਼ਾਇਦ 43 ਜਣੇ ਆ ਜਿਨ੍ਹਾਂ ਨੇ ਅਰਜ਼ੀਆਂ ਦਿੱਤੀਆਂ ਮਮਤਾ ਬੈਨਰਜੀ ਨੂੰ, ਦੀਦੀ ਅਸੀਂ ਵਾਪਸ ਆਉਣਾ ਚਾਹੁੰਦੇ ਹਾਂ, ਸਾਨੂੰ ਮਾਫ ਕਰ ਦਿਓ, ਸਾਡੇ ਤੋਂ ਉਦੋਂ ਭੁੱਲ ਹੋਈ, ਅਸੀਂ ਦਬਾਅ ਥੱਲੇ ਆ ਗਏ ਸਾਂ ਜੀ। ਇਹਦੇ ਉੱਤੇ ਕੱਲ ਤੇ ਪਰਸੋਂ 2 ਦਿਨ RSS ਦੀ ਮੀਟਿੰਗ ਹੋਈ ਆ ਕਿ ਭਾਜਪਾ ਇਸ ਸਥਿਤੀ ਨੂੰ ਨਹੀਂ ਸੰਭਾਲ ਸਕੀ। ਆਪਾਂ ਵੇਖੀਏ ਕਿ ਜਿਹੜੇ ਲੋਕ ਮੋੜਾ ਕੱਟਦੇ ਪਏ, ਇਹਨਾਂ ਨੂੰ ਮੋੜਾ ਕੱਟਣ ਤੋਂ ਕਿੱਦਾਂ ਰੋਕਣਾ, ਨਹੀਂ ਤਾਂ ਬੇਇੱਜ਼ਤੀ ਹੋਊਗੀ ਜੀ। ਤੇ ਬੇਇੱਜ਼ਤੀ ਤਾਂ ਹੋ ਗਈ ਹੈ। ਦੂਜੀ ਗੱਲ ਹੈ RSS ਦੀ ਤੇ ਭਾਜਪਾ ਦੇ ਸਬੰਧਾਂ ਦੀ। RSS ਨੇ ਭਾਜਪਾ ਖੜੀ ਕੀਤੀ ਸੀ। RSS ਪਹਿਲਾਂ ਬਣਿਆ ਸੀ ਹਿੰਦੂ ਰਾਸ਼ਟਰ, ਸਾਰੇ ਦੇਸ਼ ਨੂੰ, ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਜੀ। ਮੁੜ ਕੇ ਇਹਨਾਂ ਨੇ ਇੱਕ ਸਿਆਸੀ ਪਾਰਟੀ ਖੜੀ ਕੀਤੀ, ਹਿੰਦੂ ਮਹਾਸਭਾ। ਪਹਿਲੀਆਂ ਚੋਣਾਂ ਤੱਕ ਹਿੰਦੂ ਮਹਾਸਭਾ ਸੀ, ਫਿਰ ਉਹਨੂੰ ਬਦਲ ਕੇ ਉਹਦਾ ਨਾਂ ਕੀਤਾ ਜਨਸੰਘ, ਭਾਰਤੀ ਜਨਸੰਘ ਜੀ। 1977 ਤੱਕ ਭਾਰਤੀ ਜਨਸੰਘ ਸੀ। ਉਦੋਂ ਮੁਰਾਰਜੀ ਦੇਸਾਈ ਤੇ ਜੈ ਪ੍ਰਕਾਸ਼ ਨਾਰਾਇਣ ਦੇ ਕਹਿਣ ਤੇ ਇਹਨਾਂ ਨੇ ਜਨਸੰਘ ਤੋੜ ਦਿੱਤੀ ਤੇ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ। ਜਦੋਂ ਜਨਤਾ ਪਾਰਟੀ ਟੁੱਟੀ 1980 ਚੜ੍ਹਦਿਆਂ ਇਹਨਾਂ ਨੇ ਫਿਰ ਨਵੀਂ ਪਾਰਟੀ ਖੜੀ ਕਰਤੀ, ਉਹਦਾ ਨਾਮ ਭਾਰਤੀ ਜਨਤਾ ਪਾਰਟੀ। ਪਰ ਉਹ ਇਹਨਾਂ ਖੜੀ ਨਹੀਂ ਕੀਤੀ, RSS ਨੇ ਖੜੀ ਕੀਤੀ। ਅੱਜ ਵੀ ਭਾਰਤੀ ਜਨਤਾ ਪਾਰਟੀ ਦਾ ਦੇਸ਼ ਦਾ ਪ੍ਰਧਾਨ ਕੌਣ ਹੋਊਗਾ, ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਕਿਸੇ ਹੋਰ ਸੂਬੇ ਦਾ ਪ੍ਰਧਾਨ ਕੌਣ ਹੋਵੇਗਾ,
ਤੇ ਜ਼ਿਲ੍ਹੇ ਅੰਮ੍ਰਿਤਸਰ ਫਰੀਦਕੋਟ ਕਿਸੇ ਥਾਂ ਦਾ ਜ਼ਿਲ੍ਹਿਆਂ ਦਾ ਪ੍ਰਧਾਨ ਕੌਣ ਹੋਵੇਗਾ, ਇਹਦੀਆਂ ਕੋਈ ਵੋਟਾਂ ਨਹੀਂ ਪੈਂਦੀਆਂ, ਫੈਸਲਾ ਆਰਐਸਐਸ ਵਾਲੇ ਕਰਦੇ ਆ। ਜੀ ਜ਼ਿਲ੍ਹੇ ਦੇ ਪੱਧਰ ਤੇ, ਸੂਬੇ ਦੇ ਪੱਧਰ ਤੇ, ਆਲ ਇੰਡੀਆ ਪੱਧਰ ਦੇ ਉੱਤੇ ਪਾਰਟੀ 'ਚ ਇੱਕ ਆਰਗੇਨਾਈਜ਼ਿੰਗ ਸੈਕਟਰੀ ਦਾ ਅਹੁਦਾ ਵਾ, ਉਹ ਆਰਗੇਨਾਈਜ਼ਿੰਗ ਸੈਕਟਰੀ ਹਮੇਸ਼ਾ ਆਰਐਸਐਸ ਦਾ ਬੰਦਾ ਹੁੰਦਾ। ਇਹ ਬੜੇ ਚਿਰ ਤੱਕ ਸਾਰਾ ਕੁਝ ਠੀਕ ਠਾਕ ਚੱਲਦਾ ਸੀ, ਸਾਰੇ ਆਰਐਸਐਸ ਦੇ ਕੰਟਰੋਲ ਹੇਠ ਹੁੰਦੇ ਸਨ। ਜੀ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਆਰਐਸਐਸ ਦੇ ਕੰਟਰੋਲ ਥੱਲੇ ਸਨ। ਨਰਿੰਦਰ ਮੋਦੀ ਨੂੰ ਆਰਐਸਐਸ ਨੇ ਮੁੱਖ ਮੰਤਰੀ ਬਣਾਇਆ ਸੀ ਗੁਜਰਾਤ ਦਾ, ਤੇ ਬਣਵਾਇਆ ਸੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਕਹਿ ਕੇ। ਜਦੋਂ ਇਹ ਕੱਦ ਕੱਢ ਗਿਆ ਗੁਜਰਾਤ ਦੇ ਦੰਗਿਆਂ ਤੋਂ ਬਾਅਦ, ਫਿਰ ਟਕਰਾਅ ਸ਼ੁਰੂ ਹੋ ਗਿਆ। ਟਕਰਾਅ ਇਹ ਸੀ ਕਿ ਤਿੰਨ ਬੰਦੇ ਹੁੰਦੇ ਸੀ, ਇੱਕ ਇਹ ਸੀਗਾ, ਇੱਕ ਸੰਜੇ ਜੋਸ਼ੀ ਤੇ ਇੱਕ ਡਾਕਟਰ ਪ੍ਰਵੀਨ ਤੋਗੜੀਆ। ਡਾਕਟਰ ਪ੍ਰਵੀਨ ਤੋਗੜੀਆ ਜਿਹੜਾ ਉਹਦਾ ਹਸਪਤਾਲ ਸੀ, ਉਹ ਬਕਾਇਦਾ ਡਾਕਟਰ ਸੀ, ਉਹਦਾ ਨਰਸਿੰਗ ਹੋਮ ਸੀ, ਉਹਦੇ ਕੋਲ ਸਕੂਟਰ ਹੁੰਦਾ ਸੀ। ਉਹ ਤੇ ਸੰਜੇ ਗਾਂਧੀ ਵਾਰੀ-ਵਾਰੀ ਚਲਾਉਂਦੇ ਸੀ, ਨਰਿੰਦਰ ਮੋਦੀ ਨੂੰ ਤਾਂ ਸਾਈਕਲ ਨਹੀਂ ਚਲਾਉਣਾ ਆਉਂਦਾ। ਜੀ ਇਹ ਉਹਨਾਂ ਦੇ ਵਿਚਾਲੇ ਬਹਿੰਦਾ ਸੀ। ਜਵਾਨੀ ਵੇਲੇ ਤਿੰਨੇ ਇਕੱਠੇ ਹੋਏ ਸੀ, ਵੱਡੇ ਜਦੋਂ ਹੋਏ ਤੇ ਡਾਕਟਰ ਪ੍ਰਵੀਨ ਤੋਗੜੀਆ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਅੰਤਰਰਾਸ਼ਟਰੀ ਜਨਰਲ ਸੈਕਟਰੀ ਬਣਾ ਦਿੱਤਾ। ਸੰਜੇ ਜੋਸ਼ੀ ਨੂੰ ਭਾਜਪਾ ਦੇ ਆਲ ਇੰਡੀਆ ਸੈਂਟਰ ਦੇ ਉੱਤੇ ਭੇਜਤਾ। ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਭੇਜਤਾ, ਪਹਿਲਾਂ ਹਰਿਆਣਾ 'ਚ ਭੇਜਿਆ ਸੀ। ਜੀ ਇਹ ਸਮਝ ਗਿਆ ਕਿ ਦੂਜਿਆਂ ਦੋਵਾਂ ਨੂੰ ਵੱਡੇ ਅਹੁਦੇ ਅਤੇ ਮੈਨੂੰ ਛੋਟਾ ਮਿਲਿਆ। ਜਦੋਂ ਇਹ ਗੁਜਰਾਤ ਦਾ ਮੁੱਖ ਮੰਤਰੀ ਬਣਿਆ, ਇਹਨੇ ਉਹਨਾਂ ਦੋਵਾਂ ਦੇ ਪਰ ਛਾਂਗਣੇ ਸ਼ੁਰੂ ਕਰਤੇ। ਫਿਰ ਇੱਕ ਮੌਕਾ ਆਇਆ ਜਦੋਂ ਮੁੰਬਈ 'ਚ ਉਹਨਾਂ ਨੇ ਇੱਕ ਜਲਸਾ ਰੱਖਿਆ ਸੀ। ਇਹਨੂੰ ਆਖਿਆ ਤੂੰ ਉੱਥੇ ਆ, ਕਹਿੰਦਾ ਆਊਂਗਾ। ਜਦੋਂ ਜਲਸੇ ਵਾਲਾ ਦਿਨ ਸੀ, ਇਹਨੇ ਸਵੇਰੇ ਸ਼ਰਤ ਰੱਖ ਦਿੱਤੀ ਕਿ ਮੈਂ ਤਾਂ ਆਊਂਗਾ, ਪਹਿਲਾਂ ਸੰਜੇ ਜੋਸ਼ੀ ਨੂੰ ਆਰਐਸਐਸ ਤੇ ਭਾਜਪਾ ਦੋਵਾਂ 'ਚੋਂ ਬਾਹਰ ਕੱਢੋ। ਉਹ ਕਹਿੰਦੇ ਹੋ ਨਹੀਂ ਸਕਦਾ, ਕਹਿੰਦਾ ਫਿਰ ਮੈਂ ਨਹੀਂ ਆਉਂਦਾ। ਉਹਨਾਂ ਨੇ ਭੀੜ ਇਕੱਠੀ ਕੀਤੀ ਸੀ ਇਹਦਾ ਨਾਂ ਲੈ ਕੇ ਕਿ ਨਰਿੰਦਰ ਮੋਦੀ ਆ ਰਿਹਾ। ਸਾਰਾ ਦਿਨ ਮੀਟਿੰਗਾਂ ਚੱਲਦੀਆਂ ਰਹੀਆਂ, ਇਹ ਕਹਿੰਦਾ ਮੈਂ ਨਹੀਂ ਜਾਂਦਾ, ਅੜ ਗਿਆ। ਅਖੀਰ 12 ਵਜੇ ਤੋਂ ਬਾਅਦ 2 ਵਜੇ ਦੇ ਕਰੀਬ ਸੰਜੇ ਜੋਸ਼ੀ ਤੋਂ ਪ੍ਰੈਸ ਵਿੱਚ ਐਲਾਨ ਕਰਵਾਇਆ ਗਿਆ ਕਿ ਮੈਂ ਭਾਜਪਾ ਤੇ ਆਰਐਸਐਸ ਦੇ ਸਾਰੇ ਅਹੁਦੇ ਛੱਡੇ। ਜਦੋਂ ਉਹਨੇ ਐਲਾਨ ਕਰਤਾ, ਇਹਨੇ ਗੁਜਰਾਤ ਦੀ ਰਾਜਧਾਨੀ ਗਾਂਧੀ ਨਗਰ ਤੋਂ ਜਹਾਜ਼ ਫੜਿਆ ਤੇ ਬੰਬੇ ਚਲਾ ਗਿਆ ਔਰ ਚਲਦੀ ਸਟੇਜ ਦੇ ਉੱਤੇ ਜਾ ਕੇ ਦਰਸ਼ਨ ਦੇ ਦਿੱਤੇ। ਉਸ ਦਿਨ ਆਰਐਸਐਸ ਨਿੱਕਾ ਹੋ ਗਿਆ ਸੀ, ਨਰਿੰਦਰ ਮੋਦੀ ਵੱਡਾ ਹੋ ਗਿਆ ਸੀ। ਜੀ ਜਦੋਂ ਇਹ ਪ੍ਰਧਾਨ ਮੰਤਰੀ ਬਣਿਆ ਤੇ ਪ੍ਰਧਾਨ ਮੰਤਰੀ ਦਾ ਜਲਾਓ ਵੱਧ ਹੁੰਦਾ। ਇਹਦੇ ਕੋਲ ਸਰਕਾਰੀ ਫੋਰਸਾਂ ਨੇ, ਇਹ ਆਰਐਸਐਸ ਨੂੰ ਟਿੱਚ ਜਾਣ ਲੱਗ ਪਿਆ। ਹੁਣ ਪਿਛਲੇ ਦਿਨਾਂ 'ਚ ਕੀ ਹੋਇਆ, ਯੋਗੀ ਆਦਿੱਤਿਆਨਾਥ ਆਰਐਸਐਸ ਦਾ ਬੰਦਾ ਸੀ। ਜੀ ਇਹਨੇ ਉਹਨੂੰ ਮੁੱਖ ਮੰਤਰੀ ਬਣਾਇਆ ਸੀ ਕਿਉਂਕਿ ਇਹਨੂੰ ਵੀ ਫਿੱਟ ਬੈਠਦਾ ਸੀ ਤੇ ਉਹਨਾਂ ਨੂੰ ਵੀ। ਹੌਲੀ ਹੌਲੀ ਟਕਰਾਅ ਸ਼ੁਰੂ ਹੋ ਗਿਆ। ਹੁਣ ਉਹ ਇੱਕ ਇਹੋ ਜਿਹਾ ਬੰਦਾ ਹਿੰਦੂਤਵ ਦਾ ਲੀਡਰ ਚਾਹੁੰਦੇ ਆ ਜਿਹੜਾ ਸਾਰੇ ਦੇਸ਼ ਦੇ ਉੱਤੇ ਛਾ ਜਾਵੇ। ਇਹ ਇਸ ਪੱਖ ਤੋਂ ਉਹਨਾਂ ਨੂੰ ਫਿੱਟ ਬੈਠਦਾ ਸੀ, ਇੱਕ ਮੌਕੇ ਤੇ ਛਾ ਗਿਆ। ਅੱਜ ਇਹਦਾ ਮੁਲੰਮਾ ਜਿਹੜਾ ਹੁੰਦਾ, ਜਿਵੇਂ ਕਿਸੇ ਤਾਂਬੇ ਦੇ ਉੱਤੇ, ਪਿੱਤਲ ਦੇ ਉੱਤੇ ਸੋਨੇ ਦੀ ਝਾਲ ਫਿਰੀ ਹੁੰਦੀ ਆ, ਜੀ ਪਾਣੀ ਚੜਾਇਆ ਹੁੰਦਾ ਸੋਨੇ ਦਾ, ਉਹਨੂੰ ਕਹਿੰਦੇ ਮੁਲੰਮਾ। ਹੁਣ ਮੁਲੰਮਾ ਲੱਥਦਾ ਜਾ ਰਿਹਾ। ਨਰਿੰਦਰ ਮੋਦੀ 'ਚ ਪਹਿਲਾਂ ਵਾਲਾ ਦਮ ਨਹੀਂ। ਨਰਿੰਦਰ ਮੋਦੀ ਬੰਗਾਲ ਦੇ ਵਿੱਚ ਬੁਰੀ ਤਰ੍ਹਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਵਾਈ ਗੱਲਾਂ ਕਰਦਾ। ਇਸ ਕਰਕੇ ਆਰਐਸਐਸ ਨਵੇਂ ਚਿਹਰੇ ਦੀ ਭਾਲ 'ਚ। ਹਿੰਦੁਸਤਾਨ ਦੇ ਸਭ ਤੋਂ ਵੱਡੇ ਸੂਬੇ, ਭਾਰਤ ਦੇ ਸਭ ਤੋਂ ਵੱਡੇ ਸੂਬੇ, ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਹਨਾਂ ਨੂੰ ਫਿੱਟ ਬੈਠਦਾ। ਉਹਨੂੰ ਬਦਲਣ ਵਾਸਤੇ ਜਿਹੜੀ ਪਿਛਲੇ ਦਿਨਾਂ 'ਚ ਖੇਡ ਖੇਡੀ ਗਈ, ਉਹ ਨਰਿੰਦਰ ਮੋਦੀ ਨੇ ਆਪਣੇ ਬੰਦਿਆਂ ਨਾਲ ਹੀ ਖੇਡੀ ਤੇ ਆਰਐਸਐਸ ਦੀ ਹਾਈ ਕਮਾਂਡ ਆ ਕੇ ਦਿੱਲੀ ਬੈਠ ਗਈ। ਜੀ ਉਹਨਾਂ ਨੇ ਮੀਟਿੰਗਾਂ ਦਿੱਲੀ 'ਚ ਭਾਜਪਾ ਵਾਲਿਆਂ ਨਾਲ ਵੀ ਕੀਤੀਆਂ, ਉੱਥੇ ਜਾ ਕੇ ਯੋਗੀ ਆਦਿੱਤਿਆਨਾਥ ਨਾਲ ਵੀ ਕੀਤੀਆਂ। ਫਿਰ ਅਖੀਰ ਇਹ ਕਹਿਤਾ ਕਿ ਯੋਗੀ ਰਹੇਗਾ। ਉਹਦੇ ਤੋਂ ਬਾਅਦ ਜਿਹੜੀ ਨਵੀਂ ਗੱਲ ਵਾਪਰੀ ਆ, ਮੇਰੇ ਕੋਲ ਮੈਸੇਜ ਆਉਂਦੇ ਪਏ ਬਾਰ-ਬਾਰ ਸਾਰਿਆਂ ਥਾਵਾਂ ਤੋਂ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਦੇ ਟਵਿੱਟਰ ਅਕਾਊਂਟ ਤੋਂ ਨਰਿੰਦਰ ਮੋਦੀ ਦੀ ਫੋਟੋ ਉਡਾਤੀ ਗਈ ਆ, ਜਿਹੜੀ ਹੁਣ ਤੱਕ ਸੀ। ਜੀ ਮੱਧ ਪ੍ਰਦੇਸ਼ 'ਚ ਸ਼ਿਵ ਸੈਨਾ ਕਿ ਸ਼ਿਵਰਾਜ ਸਿੰਘ ਚੌਹਾਨ ਨੇ ਉਡਾਤੀ ਹੈ। ਇਹ ਸਾਰਾ ਕੁਝ ਭਾਜਪਾ ਦੇ ਲੀਡਰ ਨਹੀਂ ਕਰ ਸਕਦੇ, ਇਹ ਸਾਰਾ ਕੁਝ ਆਰਐਸਐਸ ਕਰਵਾ ਸਕਦੀ ਹੈ ਪਿੱਛੇ ਬੈਠ ਕੇ। ਹੁਣ ਆਰਐਸਐਸ ਦਾ ਦਬਾਅ ਇੱਥੋਂ ਤੱਕ ਹੈ ਕਿ ਇੱਕ ਦਿਨ ਉੱਥੇ ਰਹਿ ਕੇ ਆਰਐਸਐਸ ਦਾ ਚੀਫ ਮੋਹਨ ਭਾਗਵਤ ਵਾਪਸ ਚਲਾ ਗਿਆ। ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੈ ਸਰਕਾਰੀਆ ਵਾਹਾ, ਉਹਨੇ ਸਰਕਾਰੀਆ ਵਾਹਾ ਨੇ ਕਹਿ ਦਿੱਤਾ ਕਿ ਆਰਐਸਐਸ ਦਾ ਹੈੱਡਕੁਆਟਰ ਹੁਣ ਲਖਨਊ 'ਚ ਹੋਵੇਗਾ। ਜੀ ਪੱਕੇ ਤੌਰ ਤੇ ਲਖਨਊ 'ਚ ਹੋਵੇਗਾ ਜਾਂ ਕੌਮੀ ਰਾਜਨੀਤੀ ਵਾਸਤੇ ਲਖਨਊ 'ਚ ਹੋਵੇਗਾ ਜਾਂ ਵਕਤੀ ਤੌਰ ਤੇ ਹੋਵੇਗਾ, ਉਹ ਤਾਂ ਉਹਨੇ ਨਹੀਂ ਕਿਹਾ। ਉਹਨੇ ਕਿਹਾ ਜੀ ਮੋਹਨ ਭਾਗਵਤ ਵੀ ਆ ਕੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਬੈਠਿਆ ਕਰਨਗੇ, ਸਾਡਾ ਉੱਥੋਂ ਵਾਲਾ ਹੈੱਡਕੁਆਟਰ ਜਿਹੜਾ ਉਹ ਸਾਰੇ ਕੁਝ ਨੂੰ ਸੰਭਾਲੇਗਾ। ਜੇ ਉੱਥੇ ਉਹ ਆ ਜਾਂਦਾ, ਫਿਰ ਨਰਿੰਦਰ ਮੋਦੀ ਦੀ ਪਿਛਲੀ ਸਰਦਾਰੀ ਜਿਹੜੀ ਆ ਉਹ ਪਹਿਲਾਂ ਵਾਲੀ ਨਹੀਂ ਰਹਿੰਦੀ। ਅਜੇ ਤੱਕ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਕੱਠੇ ਆ। ਜੀ
ਤੁਹਾਨੂੰ ਯਾਦ ਕਰਨਾ ਚਾਹੀਦਾ ਪਿਛਲੇ ਸਾਲ ਪਾਰਲੀਮੈਂਟ 'ਚ ਇੱਕ ਦਿਨ ਬਹਿਸ ਹੁੰਦੀ ਪਈ ਸੀ। ਉਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਸਿਕਿਉਰਿਟੀ ਘਟਾ ਦਿਓ। ਇਹ ਤੇ ਕਾਂਗਰਸੀਆਂ ਨੇ ਰੌਲਾ ਪਾਇਆ ਕਿ ਤੁਸੀਂ ਮਨਮੋਹਨ ਸਿੰਘ ਦੀ ਘਟਾਉਣੀ ਚਾਹੁੰਦੇ ਹੋ ਜੀ। ਅਮਿਤ ਸ਼ਾਹ ਨੇ ਆਖਿਆ ਮਨਮੋਹਨ ਸਿੰਘ ਦੀ ਵੈਸੇ ਘਟ ਚੁੱਕੀ ਹੈ। ਇਹ ਤਾਂ ਚਿੰਤਾ ਨਰਿੰਦਰ ਮੋਦੀ ਨੂੰ ਹੋਣੀ ਚਾਹੀਦੀ ਹੈ। ਜਿਵੇਂ ਕੱਲ ਨੂੰ ਪ੍ਰਧਾਨ ਮੰਤਰੀ ਨਾ ਰਿਹਾ, ਥੱਲੇ ਰੌਲਾ ਪੈ ਗਿਆ ਵੀ ਕੀ ਗੱਲ ਫੈਸਲਾ ਹੋ ਗਿਆ ਵੀ ਨਹੀਂ ਰਹਿਣਾ, ਉਹ ਕਹਿੰਦਾ ਨਹੀਂ ਨਹੀਂ ਮੈਂ ਉੱਦਾਂ ਮਿਸਾਲ ਦਿੱਤੀ ਸੀ। ਪਰ ਉਦੋਂ ਇਹ ਗੱਲ ਚਰਚਾ 'ਚ ਆਈ ਸੀ ਕਿ ਮਿਸਾਲ ਅਮਿਤ ਸ਼ਾਹ ਨੇ ਐਵੇਂ ਨਹੀਂ ਦਿੱਤੀ। ਇਸ ਮਿਸਾਲ ਦੇਣ ਵਾਸਤੇ ਚਾਬੀ ਨਾਗਪੁਰ ਤੋਂ ਆਰਐਸਐਸ ਵਾਲਿਆਂ ਨੇ ਭਰੀ ਸੀ ਜੀ। ਮਾਨਸਿਕ ਤੌਰ ਤੇ ਥੱਲੇ ਵਰਕਰਾਂ ਨੂੰ ਤਿਆਰ ਕਰਨ ਨੂੰ ਕਿ ਨਰਿੰਦਰ ਮੋਦੀ ਵੀ ਬਦਲਿਆ ਜਾ ਸਕਦਾ। ਹੁਣ ਜਦੋਂ ਟਵਿੱਟਰ ਅਕਾਊਂਟ ਤੋਂ ਨਰਿੰਦਰ ਮੋਦੀ ਦੀ ਫੋਟੋ ਗਾਇਬ ਕੀਤੀ ਜਾ ਰਹੀ ਹੈ, ਜਦੋਂ ਆਰਐਸਐਸ ਆ ਕੇ ਦਿੱਲੀ 'ਚ ਮੀਟਿੰਗਾਂ ਕਰਦੀ ਹੈ, ਜਦੋਂ ਆਰਐਸਐਸ ਦੀ ਲੀਡਰਸ਼ਿਪ ਇਹ ਕਹਿੰਦੀ ਹੈ ਕਿ ਅਸੀਂ ਨਾਗਪੁਰ ਦੇ ਵਿੱਚ ਹੈੱਡਕੁਆਟਰ ਨਹੀਂ ਰੱਖਣਾ, ਲਖਨਊ 'ਚ ਚਲਾਉਣਾ, ਇਹ ਸਮਝਣਾ ਚਾਹੀਦਾ, ਇਹ ਸੁੰਘਣਾ ਚਾਹੀਦਾ ਕਿ ਹਵਾ ਦੇ ਬੋਲੇ ਕੀ ਕਹਿੰਦੇ ਨੇ। ਕਿਸੇ ਹੋਰ ਪਾਸੇ ਨੂੰ ਗੱਲ ਜਾਂਦੀ ਪਈ ਹੈ। ਅਜੇ ਤੱਕ ਜਿਹੜਾ ਬੰਦਾ ਕਹਿੰਦਾ ਸੀ ਦੁਨੀਆ 'ਚ ਮੇਰੀ ਧੁੰਮ ਹੈ, ਬੜੀ ਉਹਦੀ ਭੱਲ ਸੀ, ਪਰ ਉਹ ਕੱਲ ਸੀ। ਅੱਜ ਦੀ ਗੱਲ ਇਹ ਹੈ ਕਿ ਜਿਹੜਾ ਆਉਣ ਵਾਲਾ ਕੱਲ ਹੈ, ਉਹ ਲੰਘ ਚੁੱਕੇ ਕੱਲ ਨਾਲੋਂ ਆਉਣ ਵਾਲਾ ਕੱਲ ਕੁਝ ਨਵੀਂ ਕਿਸਮ ਦੇ ਇਸ਼ਾਰੇ ਕਰਦਾ ਪਿਆ ਜੀ। ਉਹ ਇਸ਼ਾਰੇ ਜਿਹੜੇ ਕਿੱਦਾਂ ਦੇ ਹੁੰਦੇ ਆ, ਕਿੱਥੋਂ ਤੱਕ ਪਹੁੰਚਾਉਂਦੇ ਆ। ਮੈਂ ਅੱਜ ਤੱਕ ਆਰਐਸਐਸ ਨੂੰ ਸਿੱਧੇ ਤੌਰ ਤੇ ਰਾਜਨੀਤਿਕ ਸਰਗਰਮੀ ਕਰਦਿਆਂ ਇਸ ਪਿਛਲੇ ਤਕਰੀਬਨ 48-49 ਸਾਲ ਹੋ ਗਏ ਸਾਨੂੰ ਰਾਜਨੀਤੀ ਦੇ ਨਾਲ ਨਾਲ ਘੁੰਮਦਿਆਂ, ਜੀ। ਅੱਜ ਤੱਕ ਆਰਐਸਐਸ ਨੂੰ ਸਿੱਧੀ ਸਰਗਰਮੀ ਕਰਦਿਆਂ ਨਹੀਂ ਸੀ ਵੇਖਿਆ। ਇਹ ਪਹਿਲੀ ਵਾਰੀ ਵੇਖਿਆ ਕਿ ਲੀਡਰਸ਼ਿਪ ਕ੍ਰਾਈਸਿਸ ਦੇ ਵਿੱਚ ਆਰਐਸਐਸ ਸਿੱਧਾ ਦਖਲ ਦੇ ਰਹੀ ਹੈ। ਔਰ ਇਹ ਵੀ ਪਹਿਲੀ ਵਾਰ ਵੇਖਿਆ ਕਿ ਉਹਨਾਂ ਨੇ ਆਖਿਆ ਹੈੱਡਕੁਆਟਰ ਨਾਗਪੁਰ ਨਹੀਂ, ਹੁਣ ਅਸੀਂ ਲਖਨਊ ਤੋਂ ਸਾਰਾ ਕੁਝ ਕਮਾਂਡ ਕਰਾਂਗੇ। ਜੇ ਉਹ ਲਖਨਊ ਆ ਕੇ ਬਹਿ ਗਏ ਤੇ ਤੁਸੀਂ ਸਮਝ ਲਓ ਕਿ ਦਿੱਲੀ ਵਿੱਚ ਜਿੱਥੋਂ ਸਰਕਾਰ ਚੱਲਦੀ ਹੈ, ਸਰਕਾਰ ਨਾਲ ਸੌਂਕਣ ਆਡਾ ਲੈਣ ਵਾਸਤੇ ਇੱਕ ਦਿੱਲੀ ਵਾਲੇ ਅੱਡੇ ਦੇ ਬਰਾਬਰ ਤੇ ਇੱਕ ਸੌਂਕਣ ਅੱਡਾ ਲਖਨਊ 'ਚ ਚੱਲੇਗਾ। ਪਰ ਸਰ ਇਹਦਾ ਮਤਲਬ ਪ੍ਰਧਾਨ ਮੰਤਰੀ ਦੀ ਕੁਰਸੀ ਫਿਰ ਯੂਪੀ 'ਚ ਹੋ ਕੇ ਨਿਕਲਦੀ ਹੈ, ਸਾਰੀਆਂ ਤਿਆਰੀਆਂ ਕਰ ਲਈਆਂ। ਜੇ ਅੱਗੇ ਯੂਪੀ 'ਚ ਹੋ ਕੇ ਨਿਕਲਦੀ, ਹੁਣ ਹੋ ਸਕਦਾ ਯੂਪੀ ਵੱਲ ਨੂੰ ਨਿਕਲ ਜਾਵੇ, ਬਾਈਪਾਸ ਕੱਟ ਲੈ। ਯਾਨੀ ਉਹ ਜੇ ਉੱਥੋਂ ਖੋਈ ਵੀ ਗਈ ਤੇ ਯੂਪੀ ਵੱਲ ਨੂੰ ਰਿੜਦੀ ਨਜ਼ਰ ਆ ਸਕਦੀ ਹੈ। ਦੇਖਦੇ ਹਾਂ ਜੀ ਕੀ ਹੁੰਦਾ ਰਾਜਨੀਤੀ, ਪਰ ਸੰਕੇਤ ਬਹੁਤ ਦੂਰ ਤੱਕ ਜਾਂਦੇ ਆ। ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਇਹ ਸਨ ਨਾਮਵਰ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਖਬਰਾਂ ਤੇ ਚਰਚਾ ਕੀਤੀ ਹੈ। ਕੱਲ ਫਿਰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।